ਸਵਾਗਤ ਹੈ ਤੁਹਾਡਾ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਾਬਾਰਡ ਗ੍ਰੇਡ ਏ ਅਫਸਰ ਦੀ ਭਰਤੀ ਬਾਰੇ। ਹੁਣੇ ਜਿਹੜਾ 2025 ਦਾ ਆਫੀਸ਼ੀਅਲ ਨੋਟੀਫਿਕੇਸ਼ਨ ਆਇਆ ਹੈ, ਆਪਾਂ ਉਸ ਨੂੰ ਪੂਰੀ ਤਰ੍ਹਾਂ ਖੋਲ ਕੇ ਦੇਖਾਂਗੇ, ਇੱਕ-ਇੱਕ ਗੱਲ ਸਮਝਾਂਗੇ। ਤਾਂ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਸਵਾਲ, ਵੈਕੈਂਸੀਆਂ ਕਿੰਨੀਆਂ ਨੇ? ਤਾਂ ਜੀ ਕੁੱਲ 91 ਵੈਕੈਂਸੀਆਂ ਨੇ ਅਸਿਸਟੈਂਟ ਮੈਨੇਜਰ ਦੀਆਂ ਪੋਸਟਾਂ ਲਈ। 91 ਇੱਕ ਚੰਗਾ ਨੰਬਰ ਹੈ। ਤੇ ਇਹ ਕੋਈ ਛੋਟਾ-ਮੋਟਾ ਮੌਕਾ ਨਹੀਂ ਹੈ। ਇਹ ਮੌਕਾ ਹੈ ਭਾਰਤ ਦੇ ਸਭ ਤੋਂ ਵੱਡੇ ਪਿੰਡੂ ਵਿਕਾਸ ਬੈਂਕ ਯਾਨੀ ਕਿ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਵਿੱਚ ਗ੍ਰੇਡ ਏ ਅਫਸਰ ਬਣਨ ਦਾ। ਇਹ ਉਹ ਸੰਸਥਾ ਹੈ ਜਿਹੜੀ ਪੂਰੀ ਤਰ੍ਹਾਂ ਭਾਰਤ ਸਰਕਾਰ ਦੀ ਮਲਕੀਅਤ ਹੈ। ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਭਾਗ ਨਾਲ, ਨਾਬਾਰਡ ਦਾ ਇਹ ਗ੍ਰੇਡ ਏ ਮੌਕਾ। ਹੁਣ ਦੇਖੋ, ਜਿਹੜੀਆਂ 91 ਵੈਕੈਂਸੀਆਂ ਨੇ ਉਹਨਾਂ ਦੀ ਵੰਡ ਕਿਵੇਂ ਹੈ। ਸਭ ਤੋਂ ਵੱਡਾ ਹਿੱਸਾ ਮਤਲਬ 85 ਪੋਸਟਾਂ ਸਿੱਧੀਆਂ ਰੂਰਲ ਡਿਵੈਲਪਮੈਂਟ ਬੈਂਕਿੰਗ ਸਰਵਿਸ ਯਾਨੀ ਕਿ RDBS ਵਿੱਚ ਨੇ। ਇਸ ਤੋਂ ਇਲਾਵਾ 4 ਪੋਸਟਾਂ ਪ੍ਰੋਟੋਕਾਲ ਤੇ ਸੁਰੱਖਿਆ ਲਈ ਤੇ 2 ਕਾਨੂੰਨੀ ਵਿਭਾਗ ਲਈ ਵੀ ਰੱਖੀਆਂ ਗਈਆਂ ਨੇ। ਅੱਛਾ, ਹੁਣ ਜੇ RDBS ਦੀਆਂ 85 ਪੋਸਟਾਂ ਨੂੰ ਹੋਰ ਖੋਲ ਕੇ ਦੇਖੀਏ ਤਾਂ ਸਭ ਤੋਂ ਵੱਧ 48 ਪੋਸਟਾਂ ਜਰਨਲਿਸਟ ਲਈ ਨੇ। ਇਸ ਤੋਂ ਬਾਅਦ 10 ਪੋਸਟਾਂ ਕੰਪਿਊਟਰ ਜਾਂ IT ਵਾਲਿਆਂ ਲਈ ਨੇ, 5 ਫਾਈਨਾਂਸ ਲਈ ਤੇ 4 ਚਾਰਟਰਡ ਅਕਾਊਂਟੈਂਟ ਲਈ। ਤਾਂ ਮੌਕੇ ਕਈ ਫੀਲਡਾਂ ਲਈ ਨੇ। ਚਲੋ ਹੁਣ ਆਉਂਦੇ ਹਾਂ ਸਭ ਤੋਂ ਜ਼ਰੂਰੀ ਗੱਲ ਤੇ, ਭਾਗ 2 ਯੋਗਤਾ ਦੀ ਜਾਂਚ। ਇੱਥੇ ਨਾ ਇੱਕ ਬਹੁਤ ਸਾਫ਼ ਜਿਹਾ ਫਰਕ ਹੈ, ਧਿਆਨ ਨਾਲ ਦੇਖਣਾ। ਇੱਕ ਪਾਸੇ ਨੇ RDBS ਤੇ ਕਾਨੂੰਨੀ ਸੇਵਾ ਦੀਆਂ ਪੋਸਟਾਂ, ਜਿਨ੍ਹਾਂ ਲਈ ਉਮਰ ਚਾਹੀਦੀ ਹੈ 21 ਤੋਂ 30 ਸਾਲ ਤੇ ਇੱਥੇ ਤਜਰਬਾ ਜ਼ਰੂਰੀ ਨਹੀਂ ਹੈ। ਦੂਜੇ ਪਾਸੇ ਪ੍ਰੋਟੋਕਾਲ ਤੇ ਸੁਰੱਖਿਆ ਸੇਵਾ ਦੀ ਪੋਸਟ ਹੈ। ਇੱਥੇ ਉਮਰ 25 ਤੋਂ 40 ਸਾਲ ਹੈ ਤੇ ਘੱਟੋ-ਘੱਟ 10 ਸਾਲ ਦਾ ਫੌਜ, ਨੇਵੀ ਜਾਂ 에ਅਰਫੋਰਸ ਦਾ ਤਜਰਬਾ ਚਾਹੀਦਾ ਹੈ। ਸੋ ਇਹ ਪੋਸਟ ਖਾਸ ਤੌਰ ਤੇ ਸਾਬਕਾ ਫੌਜੀਆਂ ਲਈ ਹੈ। ਖਾਸ ਕਰਕੇ ਜਿਹੜੀ ਜਰਨਲਿਸਟ ਦੀ ਪੋਸਟ ਹੈ, ਉਸ ਲਈ ਪੜ੍ਹਾਈ ਦੀਆਂ ਸ਼ਰਤਾਂ ਕਾਫੀ ਖੁੱਲ੍ਹੀਆਂ ਨੇ। ਜੇ ਕਿਸੇ ਕੋਲ ਕਿਸੇ ਵੀ ਵਿਸ਼ੇ ਵਿੱਚ ਬੈਚਲਰ ਡਿਗਰੀ ਹੈ 60% ਨੰਬਰਾਂ ਨਾਲ, ਤਾਂ ਉਹ ਅਪਲਾਈ ਕਰ ਸਕਦਾ ਹੈ। SC, ST, PWBD ਉਮੀਦਵਾਰਾਂ ਲਈ ਇਹ 55% ਹੈ। ਜਾਂ ਫਿਰ ਜੇ ਪੋਸਟ ਗ੍ਰੈਜੂਏਟ ਡਿਗਰੀ MBA ਜਾਂ PGDM ਹੈ 55% ਨੰਬਰਾਂ ਨਾਲ, ਇੱਥੇ SC, ST, PWBD ਲਈ 50% ਦੀ ਸ਼ਰਤ ਹੈ। ਇਸ ਤੋਂ ਇਲਾਵਾ CA, CS, CMA ਜਾਂ PhD ਵਾਲੇ ਵੀ ਅਪਲਾਈ ਕਰ ਸਕਦੇ ਨੇ। ਪਰ ਇੱਕ ਗੱਲ ਬਹੁਤ ਜ਼ਰੂਰੀ ਹੈ, ਇਹ ਯਾਦ ਰੱਖਣਾ ਕਿ ਡਿਗਰੀ ਦਾ ਰਿਜ਼ਲਟ 1 ਨਵੰਬਰ 2025 ਤੱਕ ਆ ਜਾਣਾ ਚਾਹੀਦਾ ਹੈ। ਅੱਗੇ ਵਧਦੇ ਹਾਂ ਭਾਗ 3 ਵੱਲ। ਇਹ ਨੇ ਉਹ ਤਰੀਕਾਂ ਜਿਨ੍ਹਾਂ ਨੂੰ ਆਪਣੇ ਕੈਲੰਡਰ ਤੇ ਹੁਣੇ ਮਾਰਕ ਕਰ ਲੈਣਾ ਚਾਹੀਦਾ ਹੈ। 30 ਨਵੰਬਰ ਨੂੰ ਬੰਦ ਹੋ ਜਾਵੇਗੀ, ਮਤਲਬ ਬਹੁਤ ਸਮਾਂ ਨਹੀਂ ਹੈ। ਇਸ ਤੋਂ ਫੌਰਨ ਬਾਅਦ 20 ਦਸੰਬਰ 2025 ਨੂੰ ਫੇਜ਼ 1 ਯਾਨੀ ਪ੍ਰੀਲਿਮਸ ਦਾ ਪੇਪਰ ਹੋ ਜਾਵੇਗਾ ਤੇ ਫਿਰ ਅਗਲੇ ਹੀ ਮਹੀਨੇ 25 ਜਨਵਰੀ 2026 ਨੂੰ ਫੇਜ਼ 2 ਮਤਲਬ ਮੇਨਸ ਦਾ ਇਮਤਿਹਾਨ ਹੈ। ਸਾਰਾ ਕੁਝ ਬਹੁਤ ਤੇਜ਼ੀ ਨਾਲ ਹੋਣਾ ਹੈ। ਠੀਕ ਹੈ ਜੀ, ਤਰੀਕਾ ਪਤਾ ਲੱਗ ਗਿਆ। ਹੁਣ ਸਵਾਲ ਇਹ ਹੈ ਕਿ ਸਿਲੈਕਸ਼ਨ ਹੋਵੇਗਾ ਕਿਵੇਂ। ਇਹ ਖਾਸ ਕਰਕੇ RDBS ਤੇ ਕਾਨੂੰਨੀ ਪੋਸਟਾਂ ਲਈ ਇਹ 4 ਪੜਾਅ ਨੇ। ਸਭ ਤੋਂ ਪਹਿਲਾਂ ਹੋਵੇਗਾ ਫੇਜ਼ 1 ਯਾਨੀ ਪ੍ਰੀਲਿਮਸ ਦਾ ਆਨਲਾਈਨ ਪੇਪਰ। ਜਿਹੜੇ ਇਸ ਨੂੰ ਪਾਸ ਕਰਨਗੇ ਉਹ ਦੇਣਗੇ ਫੇਜ਼ 2 ਯਾਨੀ ਮੇਨਸ ਦਾ ਪੇਪਰ। ਇਹ ਵੀ ਆਨਲਾਈਨ ਹੋਵੇਗਾ। ਇਸ ਤੋਂ ਬਾਅਦ ਇੱਕ ਸਾਈਕੋਮੈਟ੍ਰਿਕ ਟੈਸਟ ਹੋਵੇਗਾ ਜੋ ਕਿ ਸਾਰਿਆਂ ਲਈ ਲਾਜ਼ਮੀ ਹੈ ਤੇ ਆਖਰੀ ਪੜਾਅ ਹੋਵੇਗਾ ਇੰਟਰਵਿਊ। ਹੁਣ ਜਿਹੜਾ ਫੇਜ਼ 1 ਦਾ ਪੇਪਰ ਹੈ, ਉਸ ਦਾ ਸਟਰਕਚਰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਵਿੱਚ 2 ਹਿੱਸੇ ਨੇ। ਇੱਕ ਹੈ ਕੁਆਲੀਫਾਈਂਗ ਸੈਕਸ਼ਨ, ਜਿਸ ਵਿੱਚ ਰੀਜ਼ਨਿੰਗ, ਇੰਗਲਿਸ਼, ਕੰਪਿਊਟਰ, ਕੁਆਂਟ ਤੇ ਡਿਸੀਜਨ ਮੇਕਿੰਗ ਆਉਣਗੇ। ਇਹ 100 ਨੰਬਰ ਦਾ ਹੈ, ਪਰ ਇਸ ਦੇ ਨੰਬਰ ਮੈਰਿਟ ਵਿੱਚ ਨਹੀਂ ਜੁੜਨਗੇ। ਅਸਲੀ ਖੇਡ ਹੈ ਦੂਜੇ ਹਿੱਸੇ ਦੀ, ਮੈਰਿਟ ਸੈਕਸ਼ਨ ਦੀ। ਇਸ ਵਿੱਚ ਜਨਰਲ ਅਵੇਅਰਨੈਸ, ESI ਤੇ ARD ਆਉਣਗੇ। ਇਹ ਵੀ 100 ਨੰਬਰ ਦਾ ਹੈ ਤੇ ਮੇਨਸ ਲਈ ਸਿਲੈਕਸ਼ਨ ਸਿਰਫ ਇਹਨਾਂ 100 ਨੰਬਰਾਂ ਦੇ ਆਧਾਰ ਤੇ ਹੀ ਹੋਵੇਗਾ। ਤੇ ਹਾਂ, ਨੈਗੇਟਿਵ ਮਾਰਕਿੰਗ ਵੀ ਹੈ। ਹਰ ਗਲਤ ਜਵਾਬ ਤੇ ਚੌਥਾ ਹਿੱਸਾ ਨੰਬਰ ਕੱਟਿਆ ਜਾਵੇਗਾ। ਜਿਹੜੇ ਪ੍ਰੀਲਿਮਸ ਪਾਸ ਕਰ ਲੈਣਗੇ ਉਹ ਪਹੁੰਚਣਗੇ ਮੇਨਸ ਵਿੱਚ। ਇੱਥੇ 2 ਪੇਪਰ ਹੋਣਗੇ। ਪੇਪਰ 1 ਹੋਵੇਗਾ ਜਨਰਲ ਇੰਗਲਿਸ਼ ਦਾ, ਜੋ ਕਿ ਪੂਰੀ ਤਰ੍ਹਾਂ ਡਿਸਕ੍ਰਿਪਟਿਵ ਹੋਵੇਗਾ। 100 ਨੰਬਰ ਦਾ ਇਹ ਪੇਪਰ 90 ਮਿੰਟਾਂ ਦਾ ਹੋਵੇਗਾ। ਫਿਰ ਆਵੇਗਾ ਪੇਪਰ 2। ਇਹ ESI ਤੇ AID ਦਾ ਹੋਵੇਗਾ, 100 ਨੰਬਰ ਦਾ, ਪਰ ਇਸ ਵਿੱਚ ਕੁਝ ਸਵਾਲ ਆਬਜੈਕਟਿਵ ਹੋਣਗੇ ਤੇ ਕੁਝ ਡਿਸਕ੍ਰਿਪਟਿਵ। ਇਸ ਲਈ 120 ਮਿੰਟ ਮਿਲਣਗੇ। ਤੇ ਇੱਕ ਗੱਲ ਹੋਰ, ਜਿਹੜੇ ਡਿਸਕ੍ਰਿਪਟਿਵ ਜਵਾਬ ਨੇ ਉਹ ਕੰਪਿਊਟਰ ਦੇ ਕੀਬੋਰਡ ਤੇ ਹੀ ਟਾਈਪ ਕਰਨੇ ਪੈਣਗੇ। ਕਿ ਅਪਲਾਈ ਕਿਵੇਂ ਕਰਨਾ ਹੈ? ਇਹ ਹੈ ਆਪਣਾ 5ਵਾਂ ਭਾਗ। ਬਿਲਕੁਲ ਬਹੁਤ ਸਿੱਧਾ ਹੈ, ਸਾਰਾ ਕੁਝ ਆਨਲਾਈਨ ਹੀ ਹੋਣਾ ਹੈ। ਅੱਛਾ, ਫਾਰਮ ਭਰਨ ਤੋਂ ਪਹਿਲਾਂ 4 ਚੀਜ਼ਾਂ ਸਕੈਨ ਕਰਕੇ ਤਿਆਰ ਰੱਖਣੀਆਂ ਬਹੁਤ ਜ਼ਰੂਰੀ ਨੇ। ਇੱਕ ਤਾਂ ਆਪਣੀ ਨਵੀਂ ਪਾਸਪੋਰਟ ਸਾਈਜ਼ ਫੋਟੋ, ਫਿਰ ਕਾਲੀ ਸਿਆਹੀ ਨਾਲ ਕੀਤੇ ਹੋਏ ਦਸਤਖਤ, ਤੀਜਾ ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ ਤੇ ਚੌਥੀ ਚੀਜ਼ ਹੈ ਇੱਕ ਹੈਂਡ ਰਿਟਨ ਡੈਕਲੇਰੇਸ਼ਨ। ਧਿਆਨ ਰੱਖਣਾ ਕਿ ਇਹ ਸਾਰੀਆਂ ਚੀਜ਼ਾਂ ਦੱਸੇ ਗਏ ਸਾਈਜ਼ ਦੇ ਹਿਸਾਬ ਨਾਲ ਹੀ ਹੋਣ।
ਨਹੀਂ ਤਾਂ ਅਪਲੋਡ ਨਹੀਂ ਹੋਣਗੀਆਂ। ਹੁਣ ਗੱਲ ਕਰਦੇ ਹਾਂ ਫੀਸ ਦੀ। ਜਨਰਲ ਕੈਟੇਗਰੀ ਤੇ ਬਾਕੀ ਸਾਰੇ ਉਮੀਦਵਾਰਾਂ ਲਈ ਕੁੱਲ ਫੀਸ ਹੈ 850 ਰੁਪਏ, ਜਿਸ ਵਿੱਚ 700 ਰੁਪਏ ਐਪਲੀਕੇਸ਼ਨ ਫੀਸ ਤੇ 150 ਰੁਪਏ ਇੰਟੀਮੇਸ਼ਨ ਚਾਰਜ ਨੇ। ਪਰ SC, ST ਤੇ PWBD ਕੈਟੇਗਰੀ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ ਕੋਈ ਨਹੀਂ ਹੈ, ਉਹਨਾਂ ਨੂੰ ਸਿਰਫ 150 ਰੁਪਏ ਇੰਟੀਮੇਸ਼ਨ ਚਾਰਜ ਹੀ ਦੇਣੇ ਪੈਣਗੇ। ਨਾਲ GST ਵੱਖਰਾ ਲੱਗੇਗਾ। ਜੇ ਸਿਲੈਕਸ਼ਨ ਹੋ ਜਾਂਦਾ ਹੈ ਤਾਂ ਤਨਖਾਹ, ਸਹੂਲਤਾਂ ਕੀ ਮਿਲਣਗੀਆਂ? ਚਲੋ ਦੇਖੀਏ। ਤਾਂ ਸਿੱਧੀ ਗੱਲ ਕਰਦੇ ਹਾਂ, ਸ਼ੁਰੂਆਤੀ ਮਹੀਨੇ ਦੀ ਗ੍ਰੌਸ ਸੈਲਰੀ ਯਾਨੀ ਕੁੱਲ ਤਨਖਾਹ ਲਗਭਗ 1 ਲੱਖ ਰੁਪਏ ਹੋਵੇਗੀ। ਪਰ ਗੱਲ ਸਿਰਫ ਤਨਖਾਹ 'ਤੇ ਖਤਮ ਨਹੀਂ ਹੁੰਦੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ। ਜੇ ਉਪਲਬਧ ਹੋਵੇ ਤਾਂ ਬੈਂਕ ਵੱਲੋਂ ਰਹਿਣ ਲਈ ਕਰ ਦਿੱਤਾ ਜਾਂਦਾ ਹੈ। ਗੱਡੀ ਦੀ ਮੇਨਟੇਨੈਂਸ, ਇੰਟਰਨੈਟ ਵਰਗੇ ਖਰਚੇ ਵਾਪਸ ਮਿਲ ਜਾਂਦੇ ਨੇ। ਘਰ, ਗੱਡੀ ਜਾਂ ਬੱਚਿਆਂ ਦੀ ਪੜ੍ਹਾਈ ਲਈ ਸਸਤੀਆਂ ਦਰਾਂ ਤੇ ਲੋਨ ਮਿਲਦਾ ਹੈ। ਘੁੰਮਣ ਫਿਰਨ ਲਈ LTC ਦੀ ਸਹੂਲਤ ਹੈ ਤੇ ਨਾਲ ਹੀ ਮੁਫਤ ਡਿਸਪੈਂਸਰੀ ਤੇ ਮੈਡੀਕਲ ਖਰਚਿਆਂ ਦੀ ਵਾਪਸੀ ਵੀ ਹੁੰਦੀ ਹੈ। ਹਾਂ, ਇੱਕ ਗੱਲ ਹੋਰ, ਸ਼ੁਰੂ ਵਿੱਚ 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਯਾਨੀ ਪਰਖ ਕਾਲ ਹੋਵੇਗਾ।